ਹੈਲੋ ਸਟੂਡੈਂਟਸ, ਮੇਰੀ ਅੱਜ ਦੀ ਕੰਪਿਊਟਰ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਮੇਰੀ ਅੱਜ ਦੀ ਕਲਾਸ ਦਾ ਟੌਪਿਕ ਹੈ 8ਵੀਂ ਜਮਾਤ ਦਾ ਵਿਸ਼ਾ ਇੰਟਰਨੈਟ ਅਤੇ ਇਸ ਦੇ ਅਧੀਨ ਆਉਂਦੇ ਸਬ ਟੌਪਿਕਸ ਇੰਟਰਨੈਟ ਦਾ ਇਤਿਹਾਸ, ਬਰਾਊਜ਼ਰ ਅਤੇ ਇੰਟਰਨੈਟ ਦੀਆਂ ਜ਼ਰੂਰਤਾਂ। ਬਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗੀ ਕਿ ਘਰ ਰਹੋ ਅਤੇ ਸੁਰੱਖਿਅਤ ਰਹੋ। ਅੱਜ ਦੇ ਕੋਵਿਡ-19 ਦੇ ਟਾਈਮ ਵਿੱਚ ਜਦੋਂ ਕਿ ਲੋਕਡਾਊਨ ਨੇ ਸਭ ਕੁਝ ਬੰਦ ਕਰ ਦਿੱਤਾ ਹੈ ਤਾਂ ਸਾਨੂੰ ਆਪਣੇ ਅਧਿਆਪਕਾਂ ਦਾ ਅਤੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਆਨਲਾਈਨ ਕਲਾਸਾਂ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੀਦਾ ਹੈ, ਜਿਸ ਰਾਹੀਂ ਅਸੀਂ ਘਰ ਬੈਠੇ ਬਿਠਾਏ ਹੀ ਵਿੱਦਿਆ ਹਾਸਿਲ ਕਰ ਰਹੇ ਹਾਂ। ਸੋ ਅੱਜ ਦੇ ਇਸ ਲੈਕਚਰ ਵਿੱਚ ਮੈਂ ਤੁਹਾਨੂੰ ਇੰਟਰਨੈਟ ਬਾਰੇ ਜਾਣਕਾਰੀ ਦੇਵਾਂਗੀ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਵਿਸ਼ਾ ਇੰਟਰਨੈਟ। ਸੋ ਪਿਆਰੇ ਬੱਚਿਓ, ਤੁਸੀਂ ਸੋਚਦੇ ਤਾਂ ਜ਼ਰੂਰ ਹੋਵੋਗੇ ਕਿ ਇੰਟਰਨੈਟ ਕੀ ਹੈ। ਜਦੋਂ ਵੀ ਤੁਸੀਂ ਮੋਬਾਈਲ ਜਾਂ ਕੰਪਿਊਟਰ 'ਤੇ ਇੱਕ ਬਟਨ ਦਾ ਕਲਿੱਕ ਕਰਕੇ ਹੀ ਆਪਣੇ ਮੈਸੇਜਿਸ, ਈਮੇਲਸ, ਸੰਦੇਸ਼ਾਂ ਆਦਿ ਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਭੇਜ ਦਿੰਦੇ ਹੋ ਤਾਂ ਤੁਹਾਡੇ ਮਨ ਵਿੱਚ ਜ਼ਰੂਰ ਹੀ ਆਉਂਦਾ ਹੋਵੇਗਾ ਕਿ ਇੰਟਰਨੈਟ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ। ਕਿਵੇਂ ਅਸੀਂ ਇੱਕ ਹੀ ਬਟਨ ਨੂੰ ਟੱਚ ਕਰਕੇ ਪੂਰੀ ਦੁਨੀਆ ਨੂੰ ਅਸੈਸ ਕਰ ਲੈਂਦੇ ਹਾਂ। ਕਿੱਦਾਂ ਅਸੀਂ ਇੱਕ ਡਿਵਾਈਸ ਤੋਂ, ਇੱਕ ਮੋਬਾਈਲ ਜਾਂ ਇੱਕ ਕੰਪਿਊਟਰ ਤੋਂ ਬਸ ਕਲਿੱਕ ਕਰਕੇ, ਟੱਚ ਕਰਕੇ, ਬਟਨ ਪ੍ਰੈਸ ਕਰਕੇ ਹੀ ਦੂਸਰੇ ਮੋਬਾਈਲ ਜਾਂ ਕੰਪਿਊਟਰ ਤੱਕ ਆਪਣੇ ਸੰਦੇਸ਼ਾਂ ਨੂੰ ਪਲਕ ਝਪਕਣ ਦੇ ਟਾਈਮ ਤੋਂ ਪਹਿਲਾਂ ਹੀ ਪਹੁੰਚਾ ਦਿੰਦੇ ਹਾਂ। ਇਸ ਬਾਰੇ ਤੁਹਾਡੇ ਦਿਮਾਗ ਵਿੱਚ ਪ੍ਰਸ਼ਨ ਤਾਂ ਉੱਠਦੇ ਹੋਣਗੇ। ਸੋ ਮੇਰਾ ਇਹ ਵੀਡੀਓ ਇਸੇ ਵਿਸ਼ੇ ਨਾਲ ਸੰਬੰਧਿਤ ਹੈ। ਮੈਂ ਤੁਹਾਨੂੰ ਇਸ ਟੌਪਿਕ ਵਿੱਚ ਅੱਗੇ ਜਾ ਕੇ ਚੰਗੀ ਤਰ੍ਹਾਂ ਸਮਝਾਵਾਂਗੀ ਕਿ ਇੰਟਰਨੈਟ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ। ਤਾਂ ਪਿਆਰੇ ਬੱਚਿਓ, ਤੁਹਾਡੇ ਦਿਮਾਗ ਵਿੱਚ ਕੁਝ ਪ੍ਰਸ਼ਨ ਉੱਠਦੇ ਹੋਣਗੇ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੇ ਚਿੰਨ੍ਹ ਨੂੰ ਆਪਣੀ ਸਕਰੀਨ ਦੇ ਉੱਪਰ ਦੇਖਦੇ ਹੋਵੋਗੇ। ਇੰਟਰਨੈਟ ਖੋਲ੍ਹਣ ਲਈ ਅਸੀਂ ਹਮੇਸ਼ਾ ਆਪਣੇ ਮੋਬਾਈਲ ਵਿੱਚ ਇਸ ਤਰ੍ਹਾਂ ਦਾ ਚਿੰਨ੍ਹ ਦੇਖਿਆ ਹੋਵੇਗਾ। ਤਾਂ ਇਹ ਚਿੰਨ੍ਹ ਅਸਲ ਵਿੱਚ ਗੂਗਲ ਕਰੋਮ ਦਾ ਹੈ। ਇਸੇ ਹੀ ਤਰ੍ਹਾਂ ਮੋਜ਼ੀਲਾ ਫਾਇਰਫੌਕਸ, ਇੰਟਰਨੈਟ ਐਕਸਪਲੋਰਰ, ਨੈਟਸਕੇਪ ਨੈਵੀਗੇਟਰ, ਐਪਲ ਫੋਨ ਵਿੱਚ ਸਫਾਰੀ ਨਾਮ ਦਾ ਬਰਾਊਜ਼ਰ ਅਤੇ ਓਪੇਰਾ। ਇਹ ਸਾਰੇ ਹੀ ਚਿੰਨ੍ਹ ਤੁਸੀਂ ਕਿਤੇ ਨਾ ਕਿਤੇ ਮੋਬਾਈਲ ਵਿੱਚ ਜਾਂ ਕੰਪਿਊਟਰ ਵਿੱਚ ਇੰਟਰਨੈਟ ਨੂੰ ਖੋਲ੍ਹਣ ਵੇਲੇ ਵਰਤੇ ਹੋਣਗੇ। ਤਾਂ ਤੁਹਾਡੇ ਦਿਮਾਗ ਵਿੱਚ ਵਿਚਾਰ ਆਉਂਦਾ ਹੋਵੇਗਾ ਨਾ ਕਿ ਇਹ ਸਾਰੇ ਚਿੰਨ੍ਹ ਕੀ ਹਨ। ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਸਾਰੇ ਹੀ ਚਿੰਨ੍ਹ ਬਰਾਊਜ਼ਰਸ ਦੇ ਹਨ। ਤਾਂ ਬਰਾਊਜ਼ਰਸ ਉਹ ਸੌਫਟਵੇਅਰ ਹੈ ਜਿਸ ਰਾਹੀਂ ਅਸੀਂ ਕੰਪਿਊਟਰ ਦੇ ਉੱਪਰ ਇੰਟਰਨੈਟ 'ਤੇ ਪਹੁੰਚ ਕਰਦੇ ਹਾਂ। ਸੋ ਇਹਨਾਂ ਸੌਫਟਵੇਅਰਸ ਦੀ ਜ਼ਰੂਰਤ ਸਾਨੂੰ ਇੰਟਰਨੈਟ ਖੋਲ੍ਹਣ ਲਈ ਅਤੇ ਇੰਟਰਨੈਟ ਤੋਂ ਜਾਣਕਾਰੀ ਹਾਸਿਲ ਕਰਨ ਲਈ ਪੈਂਦੀ ਹੈ, ਜਿਸ ਨੂੰ ਕਿ ਅਸੀਂ ਸਰਫਿੰਗ ਜਾਂ ਸਰਚਿੰਗ ਕਹਿੰਦੇ ਹਾਂ। ਸੋ ਇੰਟਰਨੈਟ ਦੇ ਉੱਪਰ ਸਰਚਿੰਗ ਜਾਂ ਸਰਫਿੰਗ ਕਰਨ ਲਈ ਸਾਨੂੰ ਜਿਨ੍ਹਾਂ ਸੌਫਟਵੇਅਰਸ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਬਰਾਊਜ਼ਰਸ ਕਿਹਾ ਜਾਂਦਾ ਹੈ। ਅਸੀਂ ਅੱਗੇ ਜਾ ਕੇ ਇਸ ਬਾਰੇ ਹੋਰ ਪੜ੍ਹਾਂਗੇ। ਤਾਂ ਹੁਣ ਅਸੀਂ ਜਾਣਾਂਗੇ ਕਿ ਇੰਟਰਨੈਟ ਕੀ ਹੈ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਬਹੁਤ ਸਾਰੇ ਸਿਗਨਲਸ ਦੁਨੀਆ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਵਿੱਚ ਪਰਿਵਰਤਿਤ ਹੋ ਰਹੇ ਹਨ। ਸੋ ਇਸ ਨੂੰ ਕਿਹਾ ਜਾਂਦਾ ਹੈ ਸਿਗਨਲਸ ਦਾ ਟਰਾਂਸਫਰ ਹੋਣਾ। ਸੋ ਕਿਸ ਤਰ੍ਹਾਂ ਇੱਕ ਸਥਾਨ ਤੋਂ ਦੁਨੀਆ ਦੇ ਕਿਸੇ ਦੂਸਰੇ ਸਥਾਨ ਤੱਕ ਡਾਟਾ, ਸੂਚਨਾ, ਇਨਫੋਰਮੇਸ਼ਨ, ਜਾਣਕਾਰੀ ਆ ਅਤੇ ਜਾ ਰਹੀ ਹੈ। ਇਸ ਪੂਰੇ ਸਿਸਟਮ ਨੂੰ ਇੰਟਰਨੈਟ ਕਿਹਾ ਜਾਂਦਾ ਹੈ, ਜਿਸ ਦਾ ਦੂਸਰਾ ਨਾਮ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਪੜ੍ਹ ਰਹੇ ਹੋਵੋਗੇ, ਇੰਟਰਨੈਟ ਨੂੰ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ ਵੀ ਕਿਹਾ ਜਾਂਦਾ ਹੈ। ਇੰਟਰਨੈਸ਼ਨਲ ਭਾਵ ਸਾਰੇ ਸੰਸਾਰ ਵਾਲਾ ਅਤੇ ਨੈਟਵਰਕ ਕੰਪਿਊਟਰਾਂ ਦਾ ਜੋੜ। ਸੋ ਪੂਰੇ ਸੰਸਾਰ ਵਿੱਚ ਜੋ ਕੰਪਿਊਟਰਾਂ ਦਾ ਜਾਲ ਵਿਛਿਆ ਹੋਇਆ ਹੈ, ਇਸ ਨੂੰ ਇੰਟਰਨੈਟ ਕਿਹਾ ਜਾਂਦਾ ਹੈ। ਇਸ ਦਾ ਦੂਸਰਾ ਨਾਮ ਹੈ ਨੈਟਵਰਕ ਆਫ ਨੈਟਵਰਕਸ। ਸੋ ਨੈਟਵਰਕ ਆਫ ਨੈਟਵਰਕਸ ਜਾਂ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ ਦਾ ਮਤਲਬ ਹੈ ਇੰਟਰਨੈਟ। ਇਹ ਪੂਰੇ ਸੰਸਾਰ ਵਿੱਚ ਫੈਲਿਆ ਹੋਇਆ ਬਹੁਤ ਹੀ ਵਿਸ਼ਾਲ ਨੈਟਵਰਕ ਹੈ, ਜਿਸ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਕੋਨੇ ਤੋਂ ਲੈ ਕੇ ਦੁਨੀਆ ਦੇ ਕਿਸੇ ਵੀ ਦੂਸਰੇ ਕੋਨੇ ਤੱਕ ਸਾਰੇ ਇਲੈਕਟ੍ਰੋਨਿਕ ਯੰਤਰਾਂ ਨੂੰ ਜੋ ਕਿ ਕਮਿਊਨੀਕੇਟ ਕਰ ਸਕਣ, ਆਪਸ ਵਿੱਚ ਗੱਲਬਾਤ ਦਾ ਸੰਚਾਰ ਕਰ ਸਕਣ, ਉਹਨਾਂ ਨੂੰ ਆਪਸ ਵਿੱਚ ਜੋੜ ਕੇ ਇੱਕ ਬਹੁਤ ਹੀ ਵਧੀਆ
ਸਾਧਨ ਬਣਾ ਦਿੱਤਾ ਹੈ, ਜਿਸ ਰਾਹੀਂ ਕਿ ਅਸੀਂ ਸੰਚਾਰ ਕਰ ਸਕਦੇ ਹਾਂ ਅਤੇ ਗਿਆਨ ਹਾਸਿਲ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ, ਬਹੁਤ ਸਾਰੇ ਕੰਪਿਊਟਰਸ ਜਾਂ ਇਲੈਕਟ੍ਰੋਨਿਕ ਯੰਤਰ ਆਪਸ ਵਿੱਚ ਜੁੜ ਜਾਂਦੇ ਹਨ ਅਤੇ ਸੰਚਾਰ ਕਰਨ ਲੱਗਦੇ ਹਨ ਤਾਂ ਨੈਟਵਰਕ ਬਣਦਾ ਹੈ। ਸੱਜੇ ਹਿੱਸੇ ਦੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ, ਕੁਝ ਕੰਪਿਊਟਰਸ ਆਪਸ ਵਿੱਚ ਜੁੜ ਕੇ ਇੱਕ ਛੋਟਾ ਨੈਟਵਰਕ ਬਣਾ ਰਹੇ ਹਨ। ਜਦੋਂ ਇਸ ਤਰ੍ਹਾਂ ਦੇ ਕਈ ਨੈਟਵਰਕਸ ਆਪਸ ਵਿੱਚ ਜੁੜ ਜਾਂਦੇ ਹਨ ਤਾਂ ਇਸ ਵਿਸ਼ਾਲ ਨੈਟਵਰਕ ਨੂੰ ਇੰਟਰਨੈਟ ਕਿਹਾ ਜਾਂਦਾ ਹੈ। ਸੋ ਇੰਟਰਨੈਟ ਇੱਕ ਉੱਤਮ ਤਕਨੀਕ ਅਤੇ ਸਾਧਨ ਹੈ ਜੋ ਅੱਜ ਦੇ ਸਮੇਂ ਵਿੱਚ ਮਨੁੱਖ ਲਈ ਸੰਚਾਰ ਕਰਨ ਲਈ ਵਰਦਾਨ ਸਾਬਿਤ ਹੋਈ ਹੈ। ਇਹ ਸੰਚਾਰ ਦਾ ਸਭ ਤੋਂ ਉੱਤਮ ਸਾਧਨ ਬਣ ਕੇ ਅੱਜ ਸਾਡੇ ਸਾਹਮਣੇ ਆਇਆ ਹੈ। ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਲੋਕਡਾਊਨ ਵਿੱਚ ਅਸੀਂ ਇੰਟਰਨੈਟ ਰਾਹੀਂ ਹੀ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਪੂਰੀ ਦੁਨੀਆ ਵਿੱਚ ਅਸੀਂ ਕਿਸੇ ਨਾਲ ਵੀ ਗੱਲਬਾਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੰਟਰਨੈਟ ਸੰਸਾਰ ਵਿੱਚ ਫੈਲਿਆ ਹੋਇਆ ਸਭ ਤੋਂ ਵਿਸ਼ਾਲ ਨੈਟਵਰਕ ਹੈ। ਇਹ ਅਸੀਂ ਪਹਿਲੇ ਹੀ ਪੜ੍ਹ ਲਿਆ ਹੈ। ਸੋ 2 ਜਾਂ 2 ਤੋਂ ਵੱਧ ਕੰਪਿਊਟਰ ਮਿਲ ਕੇ ਨੈਟਵਰਕ ਦਾ ਨਿਰਮਾਣ ਕਰਦੇ ਹਨ ਅਤੇ ਜਦੋਂ ਇਸ ਤਰ੍ਹਾਂ ਦੇ ਕਈ ਨੈਟਵਰਕ ਆਪਸ ਵਿੱਚ ਜੁੜ ਜਾਂਦੇ ਹਨ ਅਤੇ ਸੂਚਨਾ ਅਤੇ ਸਰੋਤ ਸਾਂਝੇ ਕਰਨ ਲੱਗਦੇ ਹਨ ਤਾਂ ਜੋ ਨੈਟਵਰਕ ਬਣਦਾ ਹੈ, ਉਸ ਨੂੰ ਇੰਟਰਨੈਟ ਕਿਹਾ ਜਾਂਦਾ ਹੈ। ਸੋ ਹੁਣ ਜਾਣਦੇ ਹਾਂ ਕਿ ਆਖਿਰ ਨੈਟਵਰਕ ਕੀ ਹੈ। ਸੋ ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ, ਕੁਝ ਪੀਸੀ ਆਪਸ ਵਿੱਚ ਜੁੜੇ ਹੋਏ ਹਨ। ਸੋ ਜਿਵੇਂ ਕਿ ਅਸੀਂ ਪਹਿਲਾਂ ਵੀ ਪੜ੍ਹਿਆ ਸੀ ਕਿ 2 ਜਾਂ 2 ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜ ਕੇ ਨੈਟਵਰਕ ਦਾ ਨਿਰਮਾਣ ਕਰਦੇ ਹਨ। ਇੱਥੇ ਤਸਵੀਰ ਵਿੱਚ 2 ਤੋਂ ਵੱਧ ਕੰਪਿਊਟਰ ਤਾਰਾਂ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ ਤਾਂ ਇਸ ਜੋੜ ਦੇ ਕਾਰਨ ਇਹ ਇੱਕ ਦੂਸਰੇ ਦਾ ਡਾਟਾ ਦੇਖ ਸਕਦੇ ਹਨ ਅਤੇ ਇੱਕ ਪੀਸੀ ਤੋਂ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ ਸਿਗਨਲ ਅਤੇ ਡਾਟਾ ਜਾਂ ਸੰਦੇਸ਼ ਆਦਿ ਨੂੰ ਭੇਜ ਸਕਦੇ ਹਨ। ਤਾਂ ਹੇਠਾਂ ਵਾਲੀ ਤਸਵੀਰ ਵਿੱਚ ਜਿਵੇਂ ਨਜ਼ਰ ਆ ਰਿਹਾ ਹੈ ਕਿ ਸਾਰੇ ਹੀ ਕੰਪਿਊਟਰਸ ਆਪਸ ਵਿੱਚ ਜੁੜੇ ਹੋਏ ਹਨ। ਸੋ ਦੋਨਾਂ ਹੀ ਤਸਵੀਰਾਂ ਤੋਂ ਸਾਨੂੰ ਇਹ ਸਮਝ ਆ ਰਿਹਾ ਹੈ ਕਿ ਨੈਟਵਰਕ ਤੋਂ ਭਾਵ ਹੈ ਕੰਪਿਊਟਰ ਜਾਂ ਇਲੈਕਟ੍ਰੋਨਿਕ ਡਿਵਾਈਸ ਦਾ ਆਪਸ ਵਿੱਚ ਜੋੜ ਤਾਂ ਜੋ ਸੰਦੇਸ਼ ਜਾਂ ਸੂਚਨਾ ਨੂੰ ਇੱਕ ਸਥਾਨ ਤੋਂ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ ਭੇਜਿਆ ਜਾ ਸਕੇ ਤਾਂ ਇਸ ਨੂੰ ਨੈਟਵਰਕ ਕਿਹਾ ਜਾਂਦਾ ਹੈ। ਇੰਟਰਨੈਟ ਜੋ ਕਿ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਵਿਸ਼ਾਲ ਨੈਟਵਰਕ ਹੈ, ਇਸ 'ਤੇ ਪਹੁੰਚ ਕਰਨ ਲਈ ਜਿਸ ਸੁਵਿਧਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਸ ਨੂੰ www ਕਿਹਾ ਜਾਂਦਾ ਹੈ, ਜਿਸ ਤੋਂ ਭਾਵ ਹੈ ਵਰਲਡ ਵਾਈਡ ਵੈਬ। ਤੁਸੀਂ ਦੇਖਿਆ ਹੀ ਹੋਵੇਗਾ ਜਦੋਂ ਵੀ ਅਸੀਂ ਕੋਈ ਵੈਬਸਾਈਟ ਇੰਟਰਨੈਟ 'ਤੇ ਖੋਲ੍ਹਣ ਲੱਗਦੇ ਹਾਂ ਤਾਂ ਅਸੀਂ www ਤੋਂ ਹੀ ਸ਼ੁਰੂ ਕਰਦੇ ਹਾਂ। ਸੋ www ਕੀ ਹੈ? ਜਿਵੇਂ ਕਿ ਤਸਵੀਰ ਵਿੱਚ ਦੇਖ ਰਹੇ ਹੋ, ਪੂਰੇ ਸੰਸਾਰ ਵਿੱਚ ਫੈਲੇ ਹੋਏ ਵੱਖ-ਵੱਖ ਕੰਪਿਊਟਰ ਨੈਟਵਰਕਾਂ ਰਾਹੀਂ ਆਪਸ ਵਿੱਚ ਜੁੜ ਕੇ ਸੰਚਾਰ ਕਰਨ ਲੱਗਦੇ ਹਨ ਅਤੇ ਵਰਲਡ ਵਾਈਡ ਵੈਬ ਰਾਹੀਂ ਅਸੀਂ ਇਹਨਾਂ 'ਤੇ ਪਹੁੰਚ ਕਰ ਸਕਦੇ ਹਾਂ। ਪੂਰੀ ਦੁਨੀਆ ਵਿੱਚੋਂ ਕਿਸੇ ਵੀ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਆਪਣੇ ਸੰਦੇਸ਼ ਨੂੰ ਪਹੁੰਚਾ ਸਕਦੇ ਹਾਂ ਅਤੇ ਫਾਈਲਾਂ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਸੋ ਇੰਟਰਨੈਟ ਅਤੇ www ਸਾਂਝੇ ਤੌਰ 'ਤੇ ਵਰਤੇ ਜਾਂਦੇ ਹਨ ਅਤੇ ਇੰਟਰਨੈਟ ਦੀ ਸੁਵਿਧਾ ਦੀ ਸੇਵਾ ਪ੍ਰਦਾਨ ਕਰਦੇ ਹਨ। ਆਓ ਹੁਣ ਜਾਣਦੇ ਹਾਂ ਕਿ ਦੁਨੀਆ ਵਾਸਤੇ ਸੰਚਾਰ ਦਾ ਸਭ ਤੋਂ ਉੱਤਮ ਸਾਧਨ ਬਣ ਕੇ ਸਾਬਿਤ ਹੋਏ ਇੰਟਰਨੈਟ ਦਾ ਇਤਿਹਾਸ ਕੀ ਹੈ। ਤਾਂ ਪਿਆਰੇ ਬੱਚਿਓ, ਜਦੋਂ ਇਨਸਾਨ ਨੇ ਆਪਣਾ ਪਹਿਲਾ ਕਦਮ ਚੰਦਰਮਾ 'ਤੇ ਰੱਖਿਆ 1969 ਵਿੱਚ, ਤਾਂ ਉਸ ਸਮੇਂ ਇਸ ਖੋਜ ਦੇ ਕੰਮ ਨੂੰ ਹੋਰ ਅੱਗੇ ਵਧਾਉਣ ਲਈ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇੱਕ ਸੁਰੱਖਿਆ ਸੰਸਥਾ, ਜਿਸ ਨੂੰ ਡਿਪਾਰਟਮੈਂਟ ਆਫ ਡਿਫੈਂਸ ਕਿਹਾ ਜਾਂਦਾ ਸੀ, ਉਸ ਸੰਸਥਾ ਨੇ ਇੱਕ ਨੈਟਵਰਕ ਦਾ ਨਿਰਮਾਣ ਕਰਨ ਬਾਰੇ ਸੋਚਿਆ ਤਾਂ ਜੋ ਇਸ ਖੋਜ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਇਸ ਤੋਂ ਇੰਟਰਨੈਟ ਦੀ ਸ਼ੁਰੂਆਤ ਹੋਈ। ਤਾਂ ਦੁਨੀਆ ਵਿੱਚ ਜਿਸ ਛੋਟੇ ਜਿਹੇ ਨੈਟਵਰਕ ਤੋਂ ਇੰਟਰਨੈਟ ਦੀ ਸ਼ੁਰੂਆਤ ਹੋਈ, ਜਿਵੇਂ ਕਿ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲੇ ਉਸ ਦਾ ਨਾਮ ਰੱਖਿਆ ਗਿਆ ਅਰਪਾਨੈਟ। ਸੋ 1969 ਵਿੱਚ ਜਦੋਂ ਡਿਪਾਰਟਮੈਂਟ ਆਫ ਡਿਫੈਂਸ ਨਾਮ ਦੀ ਸੰਸਥਾ ਨੇ ਇੱਕ ਛੋਟੇ ਜਿਹੇ ਨੈਟਵਰਕ ਦਾ ਨਿਰਮਾਣ ਕੀਤਾ, ਜਿਸ ਦਾ ਕਿ ਕੰਮ
ਖੋਜ ਦੇ ਕੰਮਾਂ ਨੂੰ ਅੱਗੇ ਵਧਾਉਣਾ ਸੀ, ਉਸ ਦਾ ਨਾਮ ARPANET ਰੱਖਿਆ ਗਿਆ, ਭਾਵ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਸੋ ਇੰਟਰਨੈਟ ਦਾ ਸਭ ਤੋਂ ਪਹਿਲਾ ਨਾਮ ਸੀ ARPANET, ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਇਸ ਨੈਟਵਰਕ ਵਿੱਚ 4 ਕੰਪਿਊਟਰਸ ਨੂੰ ਆਪਸ ਵਿੱਚ ਜੋੜ ਕੇ ਸੰਦੇਸ਼ ਅਤੇ ਸੂਚਨਾ ਦਾ ਆਦਾਨ ਪ੍ਰਦਾਨ ਕੀਤਾ ਗਿਆ। ਫਿਰ ਇਸ ਦੇ ਫਾਇਦਿਆਂ ਨੂੰ ਦੇਖਦੇ ਹੋਏ ਯੂਨੀਵਰਸਿਟੀਆਂ ਵਿੱਚ ਇਸ ਦੀ ਵਰਤੋਂ ਕੀਤੀ ਜਾਣ ਲੱਗੀ ਅਤੇ ਸੂਚਨਾ ਅਤੇ ਸੰਦੇਸ਼ਾਂ ਨੂੰ ਸਾਂਝਾ ਕੀਤਾ ਜਾਣ ਲੱਗਾ। ਫਿਰ ਇਸ ਦਾ ਪ੍ਰਸਾਰ ਵੱਧਦਾ ਗਿਆ ਅਤੇ ਨੈਟਵਰਕਸ ਹੋਂਦ ਵਿੱਚ ਆਏ। ਨੈਟਵਰਕਸ ਵੱਧਦੇ ਗਏ ਅਤੇ ਇਸ ਦੇ ਅਨੰਤ ਫਾਇਦਿਆਂ ਨੂੰ ਦੇਖਦੇ ਹੋਏ ਇੰਟਰਨੈਟ ਦਾ ਨਿਰਮਾਣ ਹੋਇਆ, ਜਿਸ ਦਾ ਕਿ ਅਜੋਕਾ ਰੂਪ ਅੱਜ ਅਸੀਂ 2020 ਤੱਕ ਦੇਖਦੇ ਹਾਂ। ਸੋ ਇੰਟਰਨੈਟ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਨੈਟਵਰਕ ਜਿਸ ਦਾ ਨਾਮ ਕਿ ARPANET ਸੀ, ਉਸ ਤੋਂ ਸ਼ੁਰੂ ਹੋਈ। ਹੌਲੀ ਹੌਲੀ ਇਹ ਇੰਟਰਨੈਟ ਆਦਿ ਦਾ ਰੂਪ ਧਾਰਨ ਕਰ ਗਿਆ ਅਤੇ ਅੱਜ ਇਹ ਸੰਚਾਰ ਦਾ ਸਭ ਤੋਂ ਉੱਤਮ ਸਾਧਨ ਬਣ ਗਿਆ ਹੈ। ਸਾਰੇ ਬੱਚਿਓ, ਇੰਟਰਨੈਟ ਦੇ ਇਤਿਹਾਸ ਨੂੰ ਇੱਕ ਤਸਵੀਰ ਵਿੱਚ ਦੇਖਦਿਆਂ ਹੋਇਆਂ ਤੁਸੀਂ ਸਮਝ ਗਏ ਹੋਵੋਗੇ ਕਿ ਇੰਟਰਨੈਟ ਦੀ ਵਰਤੋਂ ਸ਼ੁਰੂ ਵਿੱਚ ਵਿਗਿਆਨਿਕਾਂ, ਇੰਜੀਨੀਅਰਾਂ ਅਤੇ ਕੰਪਿਊਟਰ ਮਾਹਿਰਾਂ ਨੇ ਕੀਤੀ ਅਤੇ ਆਪਣੇ ਖੋਜ ਦੇ ਕੰਮਾਂ ਨੂੰ ਸੌਖਾ ਬਣਾਇਆ। ਫਿਰ ਇਸ ਦੇ ਫਾਇਦਿਆਂ ਦਾ ਲਾਭ ਉਠਾਉਂਦੇ ਹੋਏ ਕੰਪਨੀਆਂ ਅਤੇ ਆਮ ਲੋਕਾਂ ਵਿੱਚ ਇਸ ਦਾ ਚਲਨ ਵੱਧਦਾ ਗਿਆ, ਕਿਉਂਕਿ ਇਸ ਦੀਆਂ ਸਹੂਲਤਾਂ ਅਤੇ ਫਾਇਦੇ ਅਨੰਤ ਸਨ। ਜਿਵੇਂ ਕਿ ਅੱਜ ਤੁਸੀਂ ਜਾਣਦੇ ਹੀ ਹੋ, ਅਸੀਂ ਆਪਣੀ ਜ਼ਿੰਦਗੀ ਇਮੈਜਿਨ ਹੀ ਨਹੀਂ ਕਰ ਸਕਦੇ ਇੰਟਰਨੈਟ ਦੀ ਸਹਾਇਤਾ ਦੇ ਬਿਨਾਂ। ਸੋ ਅੱਜ ਦਾ ਇੰਟਰਨੈਟ, ਜੋ ਕਿ ਸੰਦੇਸ਼ ਅਤੇ ਫਾਈਲਾਂ ਭੇਜਣ ਦਾ ਸਭ ਤੋਂ ਉੱਤਮ ਸਾਧਨ ਬਣਿਆ ਹੋਇਆ ਹੈ, ਇਹ ਇੰਟਰਨੈਟ ਦਾ ਅਜੋਕਾ ਰੂਪ ਹੈ। ਸੋ ਹੁਣ ਤੁਹਾਡੇ ਦਿਮਾਗ ਵਿੱਚ ਇਹ ਪ੍ਰਸ਼ਨ ਉੱਠਦਾ ਹੋਵੇਗਾ ਕਿ ਇੰਟਰਨੈਟ ਨੂੰ ਆਖਿਰ ਕੰਟਰੋਲ ਕੌਣ ਕਰਦਾ ਹੈ? ਕੌਣ ਹੈ ਜੋ ਇਸ ਇੰਨੇ ਸਾਰੇ ਵਿਸ਼ਾਲ ਨੈਟਵਰਕ ਦਾ ਸੰਚਾਲਨ ਕਰਦਾ ਹੈ? ਕੀ ਕੋਈ ਇੱਕ ਵਿਅਕਤੀ ਹੈ? ਤਾਂ ਇਸ ਦੇ ਜਵਾਬ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਨਹੀਂ, ਬਿਲਕੁਲ ਨਹੀਂ। ਕੋਈ ਇੱਕ ਵਿਅਕਤੀ ਨਹੀਂ ਹੈ ਜੋ ਕਿ ਇੰਟਰਨੈਟ ਨੂੰ ਚਲਾਉਂਦਾ ਹੈ, ਭਾਵ ਇੰਟਰਨੈਟ ਦਾ ਕੋਈ ਵੀ ਮਾਲਕ ਨਹੀਂ ਹੈ। ਬਲਕਿ ਇੰਟਰਨੈਟ ਬਾਰੇ ਸਭ ਤੋਂ ਰੋਚਕ ਗੱਲ ਹੀ ਇਹ ਹੈ ਕਿ ਇੰਟਰਨੈਟ ਨੂੰ ਕਿਸੇ ਵੀ ਇਕੱਲੀ ਏਜੰਸੀ ਦੁਆਰਾ ਕੰਟਰੋਲ ਨਹੀਂ ਕੀਤਾ ਜਾਂਦਾ ਹੈ। ਇਸ ਦਾ ਕੋਈ ਵੀ ਪ੍ਰਾਈਵੇਟ ਮਾਲਕ ਨਹੀਂ ਹੈ, ਸਗੋਂ ਇਹ ਕਈ ਸਾਰੀਆਂ ਇੰਡੀਪੈਂਡੈਂਟ ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰੀ ਕੰਪਨੀਆਂ ਦੁਆਰਾ ਰਲ ਮਿਲ ਕੇ ਕੁਝ ਪ੍ਰੋਟੋਕੋਲਸ, ਭਾਵ ਨਿਯਮਾਂ ਦਾ ਪਾਲਨ ਕਰਦੇ ਹੋਏ ਚਲਾਇਆ ਜਾਂਦਾ ਹੈ। ਸੋ ਇੰਟਰਨੈਟ ਨੂੰ ਕੋਈ ਵੀ ਇੱਕ ਸੰਸਥਾ ਕੰਟਰੋਲ ਨਹੀਂ ਕਰ ਸਕਦੀ, ਬਲਕਿ ਸਾਰੇ ਜਾਣੇ, ਸਾਰੀਆਂ ਕੰਪਨੀਆਂ, ਬਹੁਤ ਸਾਰੀਆਂ ਇੰਡੀਪੈਂਡੈਂਟ ਆਟੋਨੋਮਸ ਕੰਪਨੀਆਂ ਮਿਲ ਕੇ ਕੁਝ ਰੂਲਸ ਨੂੰ ਫੋਲੋ ਕਰਕੇ ਇਸ ਨੂੰ ਚਲਾਉਂਦੀਆਂ ਹਨ। ਸੋ ਤੁਸੀਂ ਜਾਣ ਗਏ ਕਿ ਇੰਟਰਨੈਟ ਦਾ ਕੋਈ ਵੀ ਮਾਲਕ ਨਹੀਂ ਹੈ। ਸੋ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ ਕਦੋਂ ਹੋਈ। ਪਿਆਰੇ ਬੱਚਿਓ, ਭਾਰਤ ਵਿੱਚ ਇੰਟਰਨੈਟ ਸੇਵਾਵਾਂ 15 ਅਗਸਤ 1995 ਵਿੱਚ ਇੱਕ ਸਰਕਾਰੀ ਕੰਪਨੀ ਜਿਸ ਦਾ ਕਿ ਨਾਮ VSNL ਸੀ, ਭਾਵ ਵਿਦੇਸ਼ ਸੰਚਾਰ ਨਿਗਮ ਲਿਮਿਟਿਡ, ਇਸ ਕੰਪਨੀ ਨੇ ਭਾਰਤ ਵਿੱਚ ਇੰਟਰਨੈਟ ਦੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਨੂੰ ਇੰਟਰਨੈਟ ਸਰਵਿਸ ਪ੍ਰੋਵਾਈਡਰ ਕਿਹਾ ਜਾਂਦਾ ਸੀ। ਸੋ ਕੋਈ ਵੀ ਅਜਿਹੀ ਕੰਪਨੀ ਜੋ ਸਾਨੂੰ ਇੰਟਰਨੈਟ ਦੀਆਂ ਸੁਵਿਧਾਵਾਂ ਦੇਵੇ, ਉਹਨਾਂ ਨੂੰ ISP, ਭਾਵ ਇੰਟਰਨੈਟ ਸਰਵਿਸ ਪ੍ਰੋਵਾਈਡਰ ਕਹਿ ਲਈਏ, ਜਾਂ ਇੰਟਰਨੈਟ ਐਕਸੈਸ ਪ੍ਰੋਵਾਈਡਰ ਵੀ ਕਹਿ ਸਕਦੇ ਹਾਂ। ਸੋ ਇਹੋ ਜਿਹੀਆਂ ਕੰਪਨੀਆਂ ਜੋ ਕਿ ਸਾਨੂੰ ਇੰਟਰਨੈਟ ਦੀ ਸੇਵਾਵਾਂ ਦਿੰਦੀਆਂ ਹਨ, ਅਜਿਹੀ ਪਹਿਲੀ ਕੰਪਨੀ VSNL ਨੇ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਕਈ ਸਾਰੀਆਂ ਪ੍ਰਾਈਵੇਟ ਕੰਪਨੀਆਂ, ਪ੍ਰਾਈਵੇਟ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀਆਂ ਜਿਵੇਂ ਕਿ ਏਅਰਟੈਲ, ਰਿਲਾਇੰਸ, ਸਿਫੀ, ਟਾਟਾ
ਅਤੇ ਜੀਓ ਨਾਮ ਤਾਂ ਤੁਸੀਂ ਸੁਣੇ ਹੀ ਹੋਣਗੇ। ਸੋ ਇਹਨਾਂ ਪ੍ਰਾਈਵੇਟ ਕੰਪਨੀਆਂ ਨੇ ਇਹ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਜ ਵੀ ਇੰਟਰਨੈਟ ਦੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਸਾਨੂੰ ਇੱਥੇ ਇਹ ਗੱਲ ਜਾਣਨੀ ਹੋਵੇਗੀ ਕਿ ਇਹਨਾਂ ਸੇਵਾਵਾਂ ਦੇ ਬਦਲੇ ਇਹ ਕੰਪਨੀਆਂ ਸਾਡੇ ਕੋਲੋਂ ਕੁਝ ਫੀਸ ਲੈਂਦੀਆਂ ਹਨ ਅਤੇ ਉਸ ਦੇ ਬਦਲੇ ਸਾਨੂੰ ਕੁਝ ਸੌਫਟਵੇਅਰ ਐਕਸੈਸ, ਯੂਜ਼ਰ ਨੇਮ, ਪਾਸਵਰਡ ਆਦਿ ਦੇ ਕੇ ਇੰਟਰਨੈਟ ਤੱਕ ਪਹੁੰਚ ਕਰਨ ਦੇ ਕਾਬਿਲ ਬਣਾਉਂਦੀਆਂ ਹਨ। ਸੋ ਤੁਸੀਂ ਸਮਝ ਗਏ ਕਿ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ 15 ਅਗਸਤ 1995 ਨੂੰ ਹੋਈ ਅਤੇ ਇਹ ਸ਼ੁਰੂਆਤ VSNL ਭਾਵ ਵਿਦੇਸ਼ ਸੰਚਾਰ ਨਿਗਮ ਲਿਮਟਿਡ ਨਾਮ ਦੀ ISP ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀ ਨੇ ਸ਼ੁਰੂਆਤ ਕੀਤੀ। ਸੋ ਇੰਟਰਨੈਟ ਨੂੰ ਵਰਤਣ ਲਈ ਜੋ ਕੁਝ ਬਹੁਤ ਹੀ ਜ਼ਰੂਰੀ ਚੀਜ਼ਾਂ ਦੀ ਲੋੜ ਪੈਂਦੀ ਹੈ, ਹੁਣ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ। ਸੋ ਇੰਟਰਨੈਟ ਨੂੰ ਚਲਾਉਣ ਲਈ ਜੋ ਚੀਜ਼ਾਂ ਚਾਹੀਦੀਆਂ ਹਨ, ਉਹਨਾਂ ਵਿੱਚੋਂ ਸਭ ਤੋਂ ਪਹਿਲੇ ਦੀ ਜ਼ਰੂਰਤ ਹੈ ਹਾਰਡਵੇਅਰ ਜ਼ਰੂਰਤਾਂ। ਹਾਰਡਵੇਅਰ ਤਾਂ ਜਿਵੇਂ ਤੁਸੀਂ ਸਮਝਦੇ ਹੀ ਹੋ, ਉਹ ਯੰਤਰ ਜਿਨ੍ਹਾਂ ਨੂੰ ਅਸੀਂ ਛੂਹ ਸਕਦੇ ਹਾਂ, ਜਿਵੇਂ ਕਿ PC, ਲੈਪਟਾਪ, ਮੋਬਾਈਲ, ਮੋਡਮ ਆਦਿ। ਅਸੀਂ ਅੱਗੇ ਜਾ ਕੇ ਇਹਨਾਂ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਸੋ ਪਹਿਲੀ ਜ਼ਰੂਰਤ ਹੈ ਸਾਡੇ ਕੋਲ ਹਾਰਡਵੇਅਰ ਕੀ ਮੌਜੂਦ ਹੋਣਾ ਚਾਹੀਦਾ ਹੈ, ਭਾਵ ਕੀ ਯੰਤਰ ਹੋਣੇ ਚਾਹੀਦੇ ਹਨ ਜਿਨ੍ਹਾਂ ਨਾਲ ਅਸੀਂ ਇੰਟਰਨੈਟ ਤੱਕ ਪਹੁੰਚ ਕਰ ਸਕਾਂਗੇ। ਦੂਸਰੀਆਂ ਜ਼ਰੂਰਤਾਂ ਆਉਂਦੀਆਂ ਹਨ ਸੌਫਟਵੇਅਰ। ਸੋ ਕਿਹੜੇ ਸੌਫਟਵੇਅਰ ਲੋੜ ਪੈਣਗੇ ਜੋ ਕਿ ਸਾਡੇ ਕੰਪਿਊਟਰ ਜਾਂ ਮੋਬਾਈਲ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਇੰਟਰਨੈਟ ਨੂੰ ਚਲਾ ਸਕੀਏ। ਸੋ ਹੁਣ ਅਸੀਂ ਗੱਲ ਕਰਾਂਗੇ ਇੰਟਰਨੈਟ ਲਈ ਹਾਰਡਵੇਅਰ ਅਤੇ ਸੌਫਟਵੇਅਰ ਜ਼ਰੂਰਤਾਂ ਦੀ। ਸੋ ਇੰਟਰਨੈਟ ਲਈ ਸਾਨੂੰ ਜਿੰਨਾ ਹਾਰਡਵੇਅਰ ਦੀ ਲੋੜ ਪਵੇਗੀ, ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਇਲੈਕਟ੍ਰੋਨਿਕ ਯੰਤਰ, ਇਲੈਕਟ੍ਰੋਨਿਕ ਡਿਵਾਈਸ, ਜਿਵੇਂ ਕਿ ਕੋਈ ਪਰਸਨਲ ਕੰਪਿਊਟਰ ਜੋ ਕਿ ਤੁਹਾਡਾ ਲੈਪਟਾਪ ਹੋ ਸਕਦਾ ਹੈ, ਡੈਸਕਟਾਪ ਵੀ ਹੋ ਸਕਦਾ ਹੈ, ਜਾਂ ਫਿਰ ਕੋਈ ਮੋਬਾਈਲ, ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਦੂਸਰੇ ਨੰਬਰ 'ਤੇ ਸਾਡੇ ਕੋਲ ਮੋਡਮ ਹੋਣਾ ਚਾਹੀਦਾ ਹੈ। ਮੋਡਮ ਦਾ ਇੰਟਰਨੈਟ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ। ਸੋ ਇਸ ਬਾਰੇ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਪੜ੍ਹਾਂਗੇ, ਬਟ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਮੋਡਮ ਦੀ ਵਰਤੋਂ ਕਰਕੇ ਹੀ ਅਸੀਂ ਆਪਣੇ ਮੋਬਾਈਲ ਜਾਂ PC 'ਤੇ ਇੰਟਰਨੈਟ ਨਾਲ ਜੁੜ ਸਕਦੇ ਹਾਂ। ਸੋ ਜਿਸ PC ਦੀ ਗੱਲ ਕੀਤੀ ਉਸ ਬਾਰੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ PC ਜਾਂ ਮੋਬਾਈਲ ਦੀ ਸਪੀਡ 800 ਮੈਗਾਹਰਟਜ਼ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ, ਭਾਵ ਤੁਹਾਨੂੰ ਤੇਜ਼ ਸਪੀਡ ਵਾਲੇ ਪ੍ਰੋਸੈਸਰ ਦੀ ਲੋੜ ਪਵੇਗੀ ਤਾਂ ਜੋ ਅਸੀਂ ਉਸ ਉੱਪਰ ਇੰਟਰਨੈਟ ਚਲਾ ਸਕੀਏ। ਸੋ ਪਹਿਲੀ ਚੀਜ਼ PC ਜਾਂ ਮੋਬਾਈਲ। ਦੂਸਰਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਮੋਡਮ। ਤੀਸਰੇ ਨੰਬਰ 'ਤੇ ਤੁਹਾਨੂੰ ਸਟੋਰੇਜ ਯੰਤਰ ਦੀ ਜ਼ਰੂਰਤ ਪਵੇਗੀ। ਕਿਸੇ ਵੀ ਇਲੈਕਟ੍ਰੋਨਿਕ ਯੰਤਰ ਵਿੱਚ ਡਾਟਾ ਜਾਂ ਸੂਚਨਾ ਨੂੰ ਸਟੋਰ ਕਰਨ ਵਾਸਤੇ ਜਿਸ ਯੰਤਰ ਦੀ ਲੋੜ ਪੈਂਦੀ ਹੈ ਉਸ ਨੂੰ ਸਟੋਰੇਜ ਯੰਤਰ ਕਿਹਾ ਜਾਂਦਾ ਹੈ। ਇਨਬਿਲਟ ਸਟੋਰੇਜ ਜੋ ਕਿ RAM ਹੁੰਦੀ ਹੈ, ਤੁਸੀਂ ਮੋਬਾਈਲਾਂ ਦੀ ਕੌਨਫੀਗਰੇਸ਼ਨ ਬਾਰੇ ਸੁਣਿਆ ਵੀ ਹੋਵੇਗਾ। ਸੋ RAM ਚਾਹੀਦੀ ਹੈ, ਰੈਂਡਮ ਐਕਸੈਸ ਮੈਮਰੀ। ਇਹ ਸਾਡੇ ਕੋਲ 128 MB ਜਾਂ ਉਸ ਤੋਂ ਵੱਧ ਸਮਰੱਥਾ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਇੰਟਰਨੈਟ ਦੀ ਸਮੂਥ ਵਰਤੋਂ ਕਰ ਸਕੀਏ। ਸੋ RAM ਜਿਸ ਦੀ ਕਿ ਸਟੋਰੇਜ ਸਮਰੱਥਾ 128 MB ਜਾਂ ਇਸ ਤੋਂ ਵੱਧ ਹੋਵੇ, ਉਸ ਦੀ ਲੋੜ ਪਵੇਗੀ। ਦੈਨ ਸਾਨੂੰ ਲੋੜ ਪਵੇਗੀ ਇੰਟਰਨੈਟ ਕਨੈਕਸ਼ਨ ਦੀ, ਜਿਵੇਂ ਕਿ ਤੁਸੀਂ ਬੋਲਦੇ ਹੀ ਹੋ ਵਾਈਫਾਈ ਕਨੈਕਸ਼ਨ। ਸੋ ਇੱਕ ਵਧੀਆ ਸਪੀਡ ਵਾਲਾ ਇੰਟਰਨੈਟ ਕਨੈਕਸ਼ਨ ਵੀ ਸਾਡੇ ਕੋਲ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇੰਟਰਨੈਟ ਨੂੰ ਚਲਾ ਸਕੀਏ। ਟੈਲੀਫੋਨ ਕਨੈਕਸ਼ਨ। ਸੋ ਟੈਲੀਫੋਨ ਲਾਈਨ ਕਨੈਕਸ਼ਨ ਵੀ ਤੁਹਾਨੂੰ ਪਹਿਲੇ ਲੈਣਾ ਪਵੇਗਾ ਜੇਕਰ ਤੁਸੀਂ ਇੰਟਰਨੈਟ ਦੀ ਵਰਤੋਂ ਕਰਨਾ ਚਾਹੁੰਦੇ ਹੋ। ਮੋਬਾਈਲਾਂ ਵਿੱਚ ਤਾਂ ਜਿਵੇਂ ਅਸੀਂ ਪਹਿਲਾਂ ਹੀ SIM ਕਾਰਡ ਵਗੈਰਾ ਵਰਤ ਰਹੇ ਹੁੰਦੇ ਹਨ, ਅਤੇ ਜੇਕਰ ਅਸੀਂ ਆਪਣੇ PC ਜਾਂ ਲੈਪਟਾਪ ਨੂੰ ਕਨੈਕਟ ਕਰਨਾ ਹੈ ਇੰਟਰਨੈਟ ਨਾਲ ਤਾਂ ਅਸੀਂ ਪਹਿਲੇ ਬ੍ਰੌਡਬੈਂਡ ਕਨੈਕਸ਼ਨ ਵਾਸਤੇ ਅਪਲਾਈ ਕਰਾਂਗੇ। ਸੋ ਟੈਲੀਫੋਨ ਕਨੈਕਸ਼ਨ ਦੀ ਲੋੜ ਪਵੇਗੀ ਕਿਉਂਕਿ ਟੈਲੀਫੋਨ ਮਾਧਿਅਮ ਰਾਹੀਂ ਹੀ ਡਾਟਾ ਜੋ ਹੈ ਉਹ ਸੰਚਾਰ ਕਰਦਾ ਹੈ। ਤਾਂ ਇੰਟਰਨੈਟ ਵਿੱਚ ਤੁਹਾਨੂੰ ਪਤਾ ਹੈ ਕਿ ਡਾਟਾ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਟ੍ਰਾਂਸਫਰ, ਆਦਾਨ ਪ੍ਰਦਾਨ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਟੈਲੀਫੋਨ ਕਨੈਕਸ਼ਨ ਅਤੇ ਮੋਡਮ ਇੰਟਰਨੈਟ ਦੀਆਂ ਬਹੁਤ ਹੀ ਮਹੱਤਵਪੂਰਨ ਹਾਰਡਵੇਅਰ ਜ਼ਰੂਰਤਾਂ ਹਨ। ਅਤੇ ਲਾਸਟ 'ਤੇ TCP/IP ਪ੍ਰੋਟੋਕੋਲ। ਇਹ ਕੁਝ ਨਿਯਮ ਹਨ ਜਿਨ੍ਹਾਂ ਬਾਰੇ ਅਸੀਂ ਅੱਗੇ ਜਾ ਕੇ ਪੜ੍ਹਾਂਗੇ। TCP ਭਾਵ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਕਿਉਂਕਿ ਇੰਟਰਨੈਟ ਵਿੱਚ ਡਾਟਾ ਦਾ ਆਦਾਨ ਪ੍ਰਦਾਨ ਹੁੰਦਾ ਹੈ ਤਾਂ ਉਸ ਸਾਰੇ ਸਿਸਟਮ ਦਾ ਸੰਚਾਲਨ ਕਰਨ ਲਈ ਕੁਝ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ
ਪਾਲਣ ਕਰਨਾ ਪੈਂਦਾ ਹੈ ਤਾਂ ਜੋ ਇੰਟਰਨੈਟ ਦੀ ਸਹੀ ਅਤੇ ਸੁਚੱਜੀ ਵਰਤੋਂ ਹੋ ਸਕੇ। IP ਤੋਂ ਭਾਵ ਹੈ ਇੰਟਰਨੈਟ ਪ੍ਰੋਟੋਕੋਲ। ਇਸ ਦੀ ਡਿਟੇਲਸ ਸਾਡੇ ਇਸ ਟੌਪਿਕ ਦਾ ਵਿਸ਼ਾ ਨਹੀਂ ਹੈ, ਸੋ ਮੈਂ ਇਸ ਨੂੰ ਇੱਥੇ ਹੀ ਬੰਦ ਕਰਾਂਗੀ। ਹੁਣ ਤੁਸੀਂ ਜਾਣ ਗਏ ਕਿ ਹਾਰਡਵੇਅਰ ਜ਼ਰੂਰਤਾਂ ਕੀ ਹਨ ਇੰਟਰਨੈਟ ਲਈ। ਮੈਂ ਫਿਰ ਤੋਂ ਰਿਪੀਟ ਕਰਾਂਗੀ, ਇੱਕ PC ਜਾਂ ਮੋਬਾਈਲ, ਦੈਨ ਮੋਡਮ, ਇੰਟਰਨੈਟ ਕਨੈਕਸ਼ਨ, ਰੈਮ ਜੋ ਕਿ 128 MB ਜਾਂ ਉਸ ਤੋਂ ਵੱਧ ਸਮਰੱਥਾ ਵਾਲੀ ਹੋਵੇ, ਟੈਲੀਫੋਨ ਕਨੈਕਸ਼ਨ ਅਤੇ TCP/IP ਪ੍ਰੋਟੋਕੋਲ। ਇਹਨਾਂ ਦੀ ਵਰਤੋਂ ਕਰਕੇ ਸਾਡੀਆਂ ਹਾਰਡਵੇਅਰ ਜ਼ਰੂਰਤਾਂ ਜੋ ਨੇ ਉਹ ਇੰਟਰਨੈਟ ਲਈ ਪੂਰੀਆਂ ਹੁੰਦੀਆਂ ਹਨ। ਸੋ ਹਾਰਡਵੇਅਰ ਜ਼ਰੂਰਤਾਂ ਤੋਂ ਬਾਅਦ ਹੁਣ ਅਸੀਂ ਗੱਲ ਕਰਾਂਗੇ ਸੌਫਟਵੇਅਰ ਜ਼ਰੂਰਤਾਂ ਦੀ। ਇੰਟਰਨੈਟ ਚਲਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਇੰਪੋਰਟੈਂਟ ਸੌਫਟਵੇਅਰ, ਜਿਸ ਨੂੰ ਕਿ ਆਪਰੇਟਿੰਗ ਸਿਸਟਮ ਸੌਫਟਵੇਅਰ ਕਿਹਾ ਜਾਂਦਾ ਹੈ, ਇਸ ਦੀ ਲੋੜ ਪੈਂਦੀ ਹੈ। ਆਪਰੇਟਿੰਗ ਸਿਸਟਮ ਉਹ ਸੌਫਟਵੇਅਰ ਹੁੰਦਾ ਹੈ ਜੋ ਪੂਰੇ ਸਿਸਟਮ ਦੀ ਦੇਖ ਰੇਖ ਕਰਦਾ ਹੈ ਅਤੇ ਉਸ ਦੇ ਸੰਚਾਲਨ ਕਰਨ ਵਿੱਚ ਕੰਪਿਊਟਰ ਦੀ ਮਦਦ ਕਰਦਾ ਹੈ। ਇੰਟਰਨੈਟ ਚਲਾਉਣ ਲਈ ਜਿਨ੍ਹਾਂ ਆਪਰੇਟਿੰਗ ਸਿਸਟਮਸ ਦੀ ਲੋੜ ਪੈਂਦੀ ਹੈ ਉਹਨਾਂ ਵਿੱਚੋਂ Windows 7, Windows XP, Windows 8, Linux ਆਦਿ ਨਾਮ ਦੇ ਸੌਫਟਵੇਅਰ ਬਹੁਤ ਹੀ ਪਪੂਲਰ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਸੌਫਟਵੇਅਰਸ ਹੋਣਗੇ ਜੋ ਕਿ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਹੋਣੇ ਚਾਹੀਦੇ ਹਨ। ਸੋ ਸਭ ਤੋਂ ਪਹਿਲਾਂ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਵਿੱਚ ਇਸ ਤਰ੍ਹਾਂ ਦੇ ਸੌਫਟਵੇਅਰਸ ਮੌਜੂਦ ਹੋਣੇ ਚਾਹੀਦੇ ਹਨ ਜੇਕਰ ਤੁਸੀਂ ਇੰਟਰਨੈਟ ਨੂੰ ਵਰਤਣਾ ਚਾਹੁੰਦੇ ਹੋ। ਉਸ ਤੋਂ ਬਾਅਦ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ, ਬਰਾਊਜ਼ਰ, ਜਿਨ੍ਹਾਂ ਦੀ ਗੱਲ ਅਸੀਂ ਪਹਿਲੇ ਵੀ ਕੀਤੀ ਸੀ। ਬਰਾਊਜ਼ਰ ਨਾਮ ਦੇ ਸੌਫਟਵੇਅਰ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਆਦਿ ਵਿੱਚ ਇੰਸਟਾਲ ਹੋਣੇ ਚਾਹੀਦੇ ਹਨ। ਜਿਵੇਂ ਕਿ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕੁਝ ਬਰਾਊਜ਼ਰ ਨਜ਼ਰ ਆ ਰਹੇ ਹਨ, ਕ੍ਰੋਮ, ਇੰਟਰਨੈਟ ਐਕਸਪਲੋਰਰ, ਮੋਜ਼ੀਲਾ ਫਾਇਰਫੌਕਸ ਅਤੇ ਸਫਾਰੀ। ਇਸ ਤਰ੍ਹਾਂ ਦਾ ਕੋਈ ਵੀ ਬਰਾਊਜ਼ਰ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਵਿੱਚ ਇੰਸਟਾਲ ਕਰਵਾ ਸਕਦੇ ਹੋ। ਸੋ ਇਹ ਹਨ ਇੰਟਰਨੈਟ ਨੂੰ ਚਲਾਉਣ ਲਈ ਸੌਫਟਵੇਅਰ ਜ਼ਰੂਰਤਾਂ। ਸੋ ਪਿਆਰੇ ਬੱਚਿਓ, ਹੁਣ ਅਸੀਂ ਜਾਣਦੇ ਹਾਂ ਕਿ ਬਰਾਊਜ਼ਰ ਰਾਹੀਂ ਇੰਟਰਨੈਟ 'ਤੇ ਪਹੁੰਚ ਕਿਸ ਤਰ੍ਹਾਂ ਕਰ ਸਕਦੇ ਹਾਂ। ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਵਿੰਡੋਜ਼ ਡੈਸਕਟਾਪ ਦੀ ਸਕਰੀਨ ਨਜ਼ਰ ਆ ਰਹੀ ਹੈ। ਸੋ ਆਓ ਜਾਣੀਏ ਕਿ ਕਿਸ ਤਰ੍ਹਾਂ ਅਸੀਂ ਕ੍ਰੋਮ ਦੀ ਜਾਂ ਕਿਸੇ ਵੀ ਇੰਟਰਨੈਟ ਬਰਾਊਜ਼ਰ ਦੀ ਵਰਤੋਂ ਕਰਕੇ ਇੰਟਰਨੈਟ 'ਤੇ ਪਹੁੰਚ ਕਰਾਂਗੇ। ਸਕਰੀਨ ਦੇ ਉੱਪਰ ਬਹੁਤ ਸਾਰੇ ਸੌਫਟਵੇਅਰ ਤੁਸੀਂ ਦੇਖ ਪਾ ਰਹੇ ਹੋ। ਇਹ ਡੈਸਕਟਾਪ ਵਿੰਡੋ ਸਕਰੀਨ ਹੈ। ਹੇਠਾਂ ਟਾਸਕਬਾਰ ਦੇ ਉੱਪਰ ਵੀ ਕਈ ਤਰ੍ਹਾਂ ਦੇ ਜੋ ਆਈਕਨ ਨਜ਼ਰ ਆ ਰਹੇ ਹਨ, ਇਹ ਪ੍ਰੋਗਰਾਮਸ ਦੇ ਆਈਕਨ ਹਨ, ਸੌਫਟਵੇਅਰਸ ਦੇ। ਹੇਠਾਂ ਸਟਾਰਟ ਬਟਨ 'ਤੇ ਕਲਿੱਕ ਕਰਕੇ ਤੁਸੀਂ ਆਲ ਪ੍ਰੋਗਰਾਮਸ ਦੀ ਮੀਨੂ ਲਿਸਟ ਰਾਹੀਂ ਕਲਿੱਕ ਕਰਦੇ ਹੋਏ ਕਈ ਤਰ੍ਹਾਂ ਦੇ ਸੌਫਟਵੇਅਰਸ 'ਤੇ ਪਹੁੰਚ ਜਾਂਦੇ ਹੋ। ਇਹ ਸਾਰੇ ਹੀ ਸੌਫਟਵੇਅਰ ਸਾਡੇ ਕੰਮਾਂ ਨੂੰ ਆਸਾਨ ਕਰਨ ਲਈ ਬਣਾਏ ਗਏ ਹਨ। ਇੰਟਰਨੈਟ ਚਲਾਉਣ ਲਈ ਫਾਇਰਫੌਕਸ, ਗੂਗਲ ਕ੍ਰੋਮ, ਇੰਟਰਨੈਟ ਐਕਸਪਲੋਰਰ ਆਦਿ ਨਾਮ ਦੇ ਸੌਫਟਵੇਅਰਸ ਇੱਥੇ ਮੌਜੂਦ ਹਨ। ਜਿਵੇਂ ਕਿ ਅਸੀਂ ਪਹਿਲੇ ਹੀ ਪੜ੍ਹ ਆਏ ਹਾਂ ਕਿ ਇਹਨਾਂ ਸੌਫਟਵੇਅਰਸ ਦੀ ਵਰਤੋਂ ਇੰਟਰਨੈਟ 'ਤੇ ਪਹੁੰਚ ਕਰਨ ਲਈ ਕੀਤੀ ਜਾਂਦੀ ਹੈ। ਹੇਠਾਂ ਟਾਸਕਬਾਰ ਦੇ ਉੱਪਰੋਂ ਵੀ ਅਸੀਂ ਡਾਇਰੈਕਟਲੀ ਇੰਟਰਨੈਟ ਤੱਕ ਪਹੁੰਚ ਸਕਦੇ ਹਨ, ਕਿਉਂਕਿ ਇੱਥੇ ਇਸ PC ਵਿੱਚ, ਇਸ ਲੈਪਟਾਪ ਵਿੱਚ ਇਹ ਸੌਫਟਵੇਅਰਸ ਪਹਿਲਾਂ ਹੀ ਟਾਸਕਬਾਰ ਦੇ ਉੱਪਰ ਪਿਨ ਕੀਤੇ ਹੋਏ ਹਨ। ਸੋ ਇਹ ਇੰਟਰਨੈਟ ਨੂੰ ਪਹੁੰਚ ਕਰਨ ਦਾ ਸ਼ਾਰਟਕਟ ਤਰੀਕਾ ਹੈ। ਅਸੀਂ ਟਾਸਕਬਾਰ 'ਤੇ ਜੋ ਸੌਫਟਵੇਅਰਸ ਦੇਖ ਰਹੇ ਹਾਂ, ਗੂਗਲ ਕ੍ਰੋਮ, ਇੰਟਰਨੈਟ ਐਕਸਪਲੋਰਰ, ਮੋਜ਼ੀਲਾ ਫਾਇਰਫੌਕਸ, ਇਹ ਸਾਰੇ ਹੀ ਸੌਫਟਵੇਅਰ ਇੰਟਰਨੈਟ 'ਤੇ ਪਹੁੰਚ ਕਰਨ ਲਈ ਬਣਾਏ ਹਨ। ਆਓ ਦੇਖੀਏ ਗੂਗਲ ਕ੍ਰੋਮ 'ਤੇ ਕਲਿੱਕ ਕਰਕੇ ਅਸੀਂ ਕਿਸ ਤਰ੍ਹਾਂ ਇੰਟਰਨੈਟ 'ਤੇ ਪਹੁੰਚ ਜਾਂਦੇ ਹਾਂ। ਸੋ ਗੂਗਲ ਕ੍ਰੋਮ 'ਤੇ ਕਲਿੱਕ ਕਰਦਿਆਂ ਹੀ ਇਹ ਜੋ ਵਿੰਡੋ ਖੁੱਲ੍ਹ ਗਈ ਹੈ, ਇਹ ਗੂਗਲ ਕੰਪਨੀ ਵੱਲੋਂ ਬਣਾਏ ਗਏ ਬਰਾਊਜ਼ਰ ਕ੍ਰੋਮ ਦੀ ਹੈ। ਸਰਚ ਬਾਕਸ ਵਿੱਚ ਕੁਝ ਵੀ ਟਾਈਪ ਕਰਕੇ ਤੁਸੀਂ ਉਸ ਵਿਸ਼ੇ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਜਿਵੇਂ ਕਿ ਟਾਈਪ ਕੀਤਾ ਕੰਪਿਊਟਰ, ਐਂਟਰ ਕੀ ਦਬਾਉਣ ਤੋਂ ਬਾਅਦ ਲਿਖੇ ਹੋਏ ਵਿਸ਼ੇ ਕੰਪਿਊਟਰ ਬਾਰੇ ਬਹੁਤ ਸਾਰੀ ਜਾਣਕਾਰੀ ਸਕਰੀਨ ਦੇ ਉੱਪਰ ਉਪਲਬਧ ਹੋ ਜਾਵੇਗੀ। ਸਾਈਡ 'ਤੇ ਰਾਈਟ ਸੱਜੇ ਪਾਸੇ ਸਕਰੋਲ ਬਾਰ ਨੂੰ ਹੇਠਾਂ ਨੂੰ ਖਿੱਚਦੇ ਹੋਏ ਉਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਸਕਰੀਨ ਦੇ ਉੱਪਰ ਵਿਖਾਈ ਦੇਵੇਗੀ। ਜਿਵੇਂ ਕਿ ਟਾਈਪਸ ਆਫ ਕੰਪਿਊਟਰ 'ਤੇ ਕਲਿੱਕ ਕੀਤਾ ਤਾਂ ਉਸ ਬਾਰੇ ਜਾਣਕਾਰੀ ਮਿਲ ਗਈ। PC, ਡੈਸਕਟਾਪ, ਲੈਪਟਾਪ, ਨੈਟਬੁੱਕ, ਇਹ ਸਭ ਕੰਪਿਊਟਰ ਦੀਆਂ ਕਿਸਮਾਂ ਹਨ। ਸੋ ਅਸੀਂ ਕੰਪਿਊਟਰ ਦੀਆਂ ਕਿਸਮਾਂ ਬਾਰੇ ਕਲਿੱਕ ਕਰਕੇ ਪੜ੍ਹ ਲਿਆ। ਇਸ ਤੋਂ ਇਲਾਵਾ ਵਾਟ ਇਜ਼ ਕੰਪਿਊਟਰ 'ਤੇ ਕਲਿੱਕ ਕੀਤਾ ਤਾਂ ਕੰਪਿਊਟਰ ਇਜ਼ ਅ ਮਸ਼ੀਨ ਆਦਿ ਟਾਈਪ ਦੇ ਆਨਸਰ ਸਾਡੇ ਸਾਹਮਣੇ ਆ ਗਏ। ਹੋਰ ਵਧੇਰੇ ਸਕਰੋਲ ਕਰਦੇ ਹੋਏ ਹੇਠਾਂ ਵੀਡੀਓਜ਼ ਵਾਲੇ ਲਿੰਕ 'ਤੇ ਕਲਿੱਕ ਕਰਕੇ ਅਸੀਂ ਕੰਪਿਊਟਰ ਵਿਸ਼ੇ ਨਾਲ ਸੰਬੰਧਿਤ ਵੀਡੀਓਜ਼ ਨੂੰ ਦੇਖ ਸਕਦੇ ਹਾਂ।
ਇਮੇਜਿਸ ਟੈਬ 'ਤੇ ਕਲਿੱਕ ਕਰਕੇ ਅਸੀਂ ਤਸਵੀਰਾਂ ਦੇਖ ਸਕਦੇ ਹਾਂ। ਸੋ ਕੰਪਿਊਟਰ ਵਿਸ਼ੇ ਨਾਲ ਸੰਬੰਧਿਤ ਤਸਵੀਰਾਂ ਸਾਡੇ ਸਾਹਮਣੇ ਖੁੱਲ੍ਹ ਜਾਣਗੀਆਂ। ਕਿਸੇ ਵੀ ਤਸਵੀਰ 'ਤੇ ਕਲਿੱਕ ਕਰਕੇ ਤੁਸੀਂ ਉਸ ਨੂੰ ਦੇਖ ਸਕਦੇ ਹੋ ਅਤੇ ਜੇਕਰ ਤੁਸੀਂ ਉਸ ਨੂੰ ਆਪਣੇ ਸਿਸਟਮ ਵਿੱਚ ਆਪਣੇ PC ਜਾਂ ਮੋਬਾਈਲ ਵਿੱਚ ਕਾਪੀ ਕਰਨਾ ਚਾਹੁੰਦੇ ਹੋ ਉਹ ਵੀ ਅਸੀਂ ਕਰ ਸਕਦੇ ਹਾਂ। ਜਿਸ ਤਸਵੀਰ ਨੂੰ ਕਾਪੀ ਕਰਨਾ ਚਾਹੁੰਦੇ ਹੋ ਉਸ ਉੱਪਰ ਮਾਊਸ ਦਾ ਰਾਈਟ ਬਟਨ ਕਲਿੱਕ ਕਰੋ ਤਾਂ ਇੱਕ ਮੀਨੂ ਖੁੱਲ੍ਹ ਜਾਵੇਗਾ। ਇਸ ਵਿੱਚ ਕਈ ਤਰ੍ਹਾਂ ਦੀਆਂ ਆਪਸ਼ਨਸ ਹੁੰਦੀਆਂ ਹਨ। ਅਸੀਂ ਇਸ ਤਸਵੀਰ ਨੂੰ ਕਾਪੀ ਜਾਂ ਸੇਵ ਕਰ ਸਕਦੇ ਹਾਂ ਆਪਣੇ ਕੰਪਿਊਟਰ ਵਿੱਚ। ਰਾਈਟ ਕਲਿੱਕ ਕਰਨ ਦੇ ਉੱਪਰ ਤੁਸੀਂ ਸੇਵ ਇਮੇਜ 'ਤੇ ਕਲਿੱਕ ਕਰੋ ਜਾਂ ਕਾਪੀ ਇਮੇਜ 'ਤੇ ਕਲਿੱਕ ਕਰੋ। ਸੇਵ ਇਮੇਜ ਕਲਿੱਕ ਕਰਦਿਆਂ ਹੀ ਤੁਹਾਡੇ ਆਪਣੇ ਕੰਪਿਊਟਰ ਦੀ ਸੇਵ ਐਜ਼ ਵਿੰਡੋ ਖੁੱਲ੍ਹ ਜਾਵੇਗੀ, ਜਿਵੇਂ ਕਿ ਤੁਸੀਂ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹੋ। ਇਹ ਵਿੰਡੋ ਤੁਹਾਡੀ ਸਕਰੀਨ ਦੇ ਵਿੰਡੋਜ਼ ਐਕਸਪਲੋਰਰ ਦੀ ਹੈ। ਕਿਸੇ ਵੀ ਲੋਕੇਸ਼ਨ ਨੂੰ ਚੂਜ਼ ਕਰ ਲਓ, ਜਿਵੇਂ ਕਿ ਡੈਸਕਟਾਪ, ਅਤੇ ਤਸਵੀਰ ਦਾ ਜੋ ਤੁਸੀਂ ਕਾਪੀ ਕੀਤੀ ਹੈ ਉਸ ਦਾ ਨਾਮ ਦੇ ਕੇ, ਜਿਵੇਂ ਕਿ ਕੰਪਿਊਟਰ ਪਿਕਚਰ ਦੇ ਕੇ ਸੇਵ ਬਟਨ 'ਤੇ ਕਲਿੱਕ ਕਰੋ ਤਾਂ ਇੰਟਰਨੈਟ 'ਤੇ ਮੌਜੂਦ ਇਮੇਜ ਤੁਹਾਡੇ ਆਪਣੇ ਕੰਪਿਊਟਰ ਦੇ ਉੱਪਰ ਦੇਖ ਸਕਦੇ ਹੋ। ਡੈਸਕਟਾਪ ਦੇ ਉੱਪਰ ਆ ਗਈ ਹੈ। ਸੋ ਤੁਸੀਂ ਜਾਣਿਆ ਕਿ ਕਿਸ ਤਰ੍ਹਾਂ ਅਸੀਂ ਇੰਟਰਨੈਟ ਤੋਂ ਕੋਈ ਤਸਵੀਰ ਨੂੰ ਆਪਣੇ PC ਦੇ ਵਿੱਚ, ਆਪਣੇ ਮੋਬਾਈਲ ਦੇ ਵਿੱਚ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹਾਂ। ਇਸ ਨੂੰ ਡਾਊਨਲੋਡਿੰਗ ਕਿਹਾ ਜਾਂਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਤੁਸੀਂ ਜਾਣਿਆ ਕਿ ਕਿਸ ਤਰ੍ਹਾਂ ਇੰਟਰਨੈਟ ਰਾਹੀਂ, ਬਰਾਊਜ਼ਰ ਰਾਹੀਂ ਅਸੀਂ ਇੰਟਰਨੈਟ 'ਤੇ ਪਹੁੰਚ ਕਰਦੇ ਹਾਂ। ਇਸ ਵੇਲੇ ਅਸੀਂ ਗੂਗਲ ਕਰੋਮ ਬਾਰੇ ਪੜ੍ਹਿਆ ਹੈ। ਸਿਮਿਲਰਲੀ ਅਸੀਂ ਇੰਟਰਨੈਟ ਐਕਸਪਲੋਰਰ ਜਾਂ ਕਿਸੇ ਵੀ ਹੋਰ ਬਰਾਊਜ਼ਰ ਰਾਹੀਂ ਇਸੇ ਤਰੀਕੇ ਨਾਲ ਇੰਟਰਨੈਟ ਨੂੰ ਚਲਾ ਸਕਦੇ ਹਾਂ। ਤਾਂ ਵਿਦਿਆਰਥੀਓ, ਆਓ ਜਾਣੀਏ ਕਿ ਜੋ ਕੁਝ ਅਸੀਂ ਸਿੱਖਿਆ ਕੀ ਸਾਨੂੰ ਸਮਝ ਆਇਆ। ਸੋ ਪਹਿਲਾ ਪ੍ਰਸ਼ਨ ਜੋ ਮੈਂ ਪੁੱਛਣਾ ਚਾਹਾਂਗੀ ਫਿਲਅਪ ਦੇ ਰੂਪ ਵਿੱਚ ਉਹ ਹੈ, ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ ਨੂੰ ਡੈਸ਼ ਕਿਹਾ ਜਾਂਦਾ ਹੈ। ਕਲੀਅਰਲੀ ਤੁਸੀਂ ਹੁਣ ਤੱਕ ਜਾਣ ਗਏ ਹੋਵੋਗੇ ਇੰਟਰਨੈਟ। ਦੂਸਰਾ, www ਦਾ ਮਤਲਬ ਹੈ ਵਰਲਡ ਵਾਈਡ ਵੈਬ। ਤੀਸਰਾ, ਡੈਸ਼ ਇੱਕ ਮਸ਼ਹੂਰ ਬਰਾਊਜ਼ਰ ਹੈ ਜਿਸ ਨੂੰ ਮਾਈਕਰੋਸਾਫਟ ਨੇ ਬਣਾਇਆ ਹੈ। ਬਿਲਕੁਲ ਸਹੀ, ਇੰਟਰਨੈਟ ਐਕਸਪਲੋਰਰ। ਸਹੀ ਜਾਂ ਗਲਤ? ਇੰਟਰਨੈਟ ਐਕਸਪਲੋਰਰ ISP ਦਾ ਨਾਮ ਹੈ। ਅਸੀਂ ਪੜ੍ਹਿਆ ਸੀ ਕਿ ISP ਸਰਵਿਸ ਪ੍ਰੋਵਾਈਡਰ ਹੈ, ਪਰ ਇੰਟਰਨੈਟ ਐਕਸਪਲੋਰਰ ਤਾਂ ਬਰਾਊਜ਼ਰ ਹੈ। ਸੋ ਇਹ ਗਲਤ। ਲਾਸਟ, ਇੰਟਰਨੈਟ ਕੰਪਿਊਟਰ ਨੈਟਵਰਕ ਦੁਆਰਾ ਸੰਚਾਰ ਕਰਦੇ ਹਨ। ਜੀ ਹਾਂ, ਅਸੀਂ ਪੜ੍ਹਿਆ ਸੀ ਨਾ ਕਿ ਇੰਟਰਨੈਟ ਵਿੱਚ ਕੰਪਿਊਟਰ ਨੈਟਵਰਕ ਦੁਆਰਾ ਇੱਕ ਦੂਜੇ ਨਾਲ ਸੂਚਨਾ ਅਤੇ ਸੰਦੇਸ਼ ਦਾ ਆਦਾਨ ਪ੍ਰਦਾਨ ਕਰਦੇ ਹਨ। ਸੋ ਬਿਲਕੁਲ ਸਹੀ। ਸੋ ਪਿਆਰੇ ਬੱਚਿਓ, ਉਮੀਦ ਕਰਦੀ ਹਾਂ ਮੇਰਾ ਅੱਜ ਦਾ ਲੈਕਚਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ। ਇੱਕ ਵਾਰ ਫਿਰ ਕਹਾਂਗੀ, ਘਰ ਰਹੋ, ਸੁਰੱਖਿਅਤ ਰਹੋ, ਪੜ੍ਹਦੇ ਰਹੋ, ਸਿੱਖਦੇ ਰਹੋ ਅਤੇ ਆਪਣੇ ਲੋਕਡਾਊਨ ਵਿੱਚ ਵੀ ਵਿੱਦਿਆ ਨੂੰ ਬੰਦ ਨਾ ਹੋਣ ਦਿਓ। ਸਟੇ ਹੋਮ, ਸਟੇ ਸੇਫ।